ਮੈਂ ਕਿਹਾ ਗਾਲ ਕੱਢੀ ਹੁਣ ਇਹ ਨਹੀਂ ਉਹ ਪਿਛਲੇ ਰਮਜ਼ਾਨ ਵਿੱਚ ਕੱਢੀ ਮੈਂ ਕਿਹਾ ਯਾਰ ਉਹ ਇੰਜ ਹੀ ਕਹਿੰਦੇ ਨੇ। ਅੱਛਾ ਉਹ ਸੈਣੀ ਸਾਹਿਬ ਕੱਲ ਤੁਹਾਡਾ ਕਹਿ ਰਹੇ ਸਨ ਕਿ ਤੁਸੀਂ ਗਾਲਾਂ ਕੱਢਦੇ ਹੋ, ਗਾਲ ਕੱਢੀ ਜਾਂ ਕੁਝ ਇੰਜ ਕੋਈ ਗੱਲ ਕਰ ਰਹੇ ਸਨ ਤੇ ਤੁਸੀਂ ਮੇਰਾ ਤੇ ਚੈਲੰਜ ਹੈ ਵੀ ਮੇਰੀ ਕੋਈ ਗਾਲ ਤੇ ਰਹਿ ਗਈ ਇੱਕ ਪਾਸੇ, ਕੋਈ ਤਖਫੀਫੀ ਲਫ਼ਜ਼ ਵੀ ਲਿਆ ਕੇ ਦੇ ਦੇਣ। ਅੱਛਾ ਮੈਂ ਸੈਣੀ ਸਾਹਿਬ ਕੱਲ ਮੈਂ ਥੱਲੇ ਜਿੱਥੇ ਤੁਸੀਂ ਵੀ ਬੈਠੇ ਸੋ ਉੱਥੇ ਵੀ नासिर भट्ट थे, वो मैंने गालियां काट रहे सन ना जी जी तो मैं कह रहा था जी बड़े अच्छे अखलाक ने माशाल्लाह, मैं अखलाक सीख रहा हूँ जी, आप बड़े जबरदस्त अखलाक मुझे सिखा रहे हैं, मुझे और इल्म हासिल करना है, मुझे और सिखाएं। तो उन्हें चो हिक बोलिया मैं हुण मेरी जात ते गल कर रहा सी ते मैं कहा चल ठीक है तू गल कर। कहंदा ओ तू तेरी मां दी ओ जाए ओ जेड़ी जगह उत्थों तैनूं अंदर करां ते तू फिर वापस आवें ते ओनू बड़ी तकलीफ होवे, तुसीं उत्थे ही सो। ते मैं फिर आखिया है सारी गल है मैंने उन्होंने फ्री कर दिता। मैं क्या यार देखो तकलीफ तो मिर्जा साहब ने अपनी वालदा नूं दित्ती, 1931 पे जमना स्टार्ट किया तो 1939 पे जमे ने, तो जाहिर गल है मेरी वालदा कोलों अगे तो किसी दी इज्जत नहीं ना। ठीक है मेरी जात ते जिहड़ी इक गल करदे ने ਉਹ ਕਰਨ, मैं उन्होंने कहा ठीक है यार तुसी मेरी जात मैनू कुत्ता कहो, बिल्ला कहो, काला कहो, मसली कहो, कोई टेंशन नहीं, ਤੁਹਾਡੇ ਆਹਣ ਤੇ ਕੋਈ ਨਹੀਂ, ਲੇਕਿन ਜਿੱਥੇ ਤੁਸੀਂ ਮੇਰੀ ਵਾਲਦਾ ਨੂੰ ਗਾਲੀਆਂ ਕੱਢੋਗੇ ਤੇ ਮੈਂ ਅੱਗੋਂ ਫਿਰ ਮੈਂ ਵੀ ਕੱਢਾਂਗਾ। ਕਿਉਂ ਜੀ ਇਸ ਤਰ੍ਹਾਂ ਹੀ ਹੈ ਬਿਲਕੁਲ ਕਿ ਭਾਈ ਵਾਲਦਾ ਤੋਂ ਅੱਗੇ ਤੇ ਕੋਈ ਵੀ ਨਹੀਂ ਨਾ। ਠੀਕ ਹੈ ਤੇ ਮੈਂ ਜਿੱਥੇ ਇਹ ਗੱਲਾਂ ਕੀਤੀਆਂ ਨਾਲ ਹਵਾਲੇ ਦਿੱਤੇ ਕਿ ਭਾਈ 1931 ਵੀ ਪੈਦਾਇਸ਼ ਲਿਖੀ ਹੋਈ ਹੈ ਇਸ ਹਵਾਲੇ 'ਚ, 1938 ਵੀ ਲਿਖੀ, 1947 ਵੀ ਲਿਖੀ ਹੈ, ਇਹ ਤੇ ਐਵਰੇਜ 10 ਸਾਲ ਦੀ ਪੈਦਾਇਸ਼ ਬਣਦੀ ਹੈ ਕਿ 10 ਸਾਲ ਵਿੱਚੋਂ ਪੈਦਾ ਹੋਏ ਨੇ, ਤੇ ਮੈਂ ਤੇ ਹਵਾਲੇ ਨਾਲ ਗੱਲ ਕੀਤੀ ਤੇ ਉਤੋਂ ਮੈਨੂੰ ਥੱਲੇ ਸੱਟਤਾ, ਉਹ ਬਦਤਮੀਜ਼ੀ ਕਰ ਰਿਹਾ, ਹਾਲਾਂਕਿ ਉਹ ਮੈਨੂੰ ਪੂਰੀ ਬਰਾੜ ਤੇ ਗਾਲੀਆਂ ਕੱਢਦੇ ਰਹੇ ਨੇ। ਮੈਂ ਜਿੱਥੇ ਕੋਈ ਇੱਕ ਗੱਲ ਕੀਤੀ ਤੇ ਕਹਿੰਦੇ ਨੇ ਜੋ ਗਾਲਾਂ ਇਹਨਾਂ ਦਾ ਮਸਲਾ ਹੈ ਵੇ। ਤਾਹਿਰ ਜਿਹੜੇ ਹੈ ਨੇ ਤਾਹਿਰ ਅਮਜਦ ਸਾਹਿਬ, ਇਹਨਾਂ ਨੂੰ ਮੈਂ ਕੱਲ ਸੁਣਿਆ ਮਾਸ਼ਾਅੱਲਾ ਬੜਾ ਅੱਛਾ ਬੋਲਦੇ ਨੇ। ਠੀਕ ਹੈ ਇਹ ਹੁਣ ਹੀ ਆਏ ਨੇ, ਮੇਰਾ ਹਾਲੇ 2-3 ਦਿਨ ਹੋਏ ਇਹਨਾਂ ਦੇ। ਬਿਲਕੁਲ ਤੇ ਇਹਨਾਂ ਨੂੰ ਮੈਂ ਕਹਿਣਾ ਕਿ ਤੁਸੀਂ ਵੀ ਸਿੱਖ ਜਾਓਗੇ ਗੱਲਾਂ। नहीं ये बड़े खूबसूरत कलाम करने वाले ने, कोई बहुत अच्छा करते ने। देखो जी मैं अपना हुसैन साहब जेड़ा कोई जमात अहमदिया नाले दूजे नाले मेरे जमात अहमदिया दे 2-3 बंदे ने जिन्हां नाल मैं गल करदा हूं, मैनूं अच्छा लगदा क्यों वो बदतमीजी नहीं करदे ते मैं उन्हां नाल बदतमीजी नहीं करदा, ना कोई गाली कड्डी ना कुछ अज तक किसी। हुण तुसीं अगले बंदे नूं ओ थल्ले सुट के उन्हों गालियां कड्डो, उन्हों बुरा मैनूं कहंदे ने तू काला है, मैं क्या हाँ मैं चैरी ब्लॉसम लाना मूंह ते ना। ठीक है मैंने कहा तेरा नक वड्डा है, मैं कहा यार बस मैं बाक्सिंग खेडदा सी ते मुक्के शुक्के लग गए ने, मैं मार्शल आर्ट तो कोच नक वड्डा हो गया, हुण मैं की करा, मैं करा लियांगा इसदी सर्जरी। ਉਹ ਜਿਹੜੇ ਵੇਖਦੇ ਨੇ ਨਾ ਕਿ ਇਹ ਹੁਣ ਜਵਾਬ ਨਹੀਂ ਦਿੰਦਾ, ਫਿਰ ਉਹ ਡਾਇਰੈਕਟ ਵਾਲਦਾ ਦੀ ਗਾਲ ਕੱਢਦੇ ਨੇ। ਠੀਕ ਹੈ ਕਿ ਭਾਈ ਇਹ ਬੋਲ ਨਹੀਂ ਰਿਹਾ, ਇਹ ਅੱਗੋਂ ਜਵਾਬ ਦੇ ਰਿਹਾ ਤੇ ਹੁਣ ਇਹਨੇ ਅੱਗੋਂ ਜਵਾਬ ਦੇਣੇ ਨੇ। ਉਹ ਜਿੱਥੇ ਅਗਲਾ ਜਵਾਬ ਦਿੰਦਾ ਉਹਦੀ ਕਰ ਲੈਂਦੇ ਨੇ ਰਿਕਾਰਡਿੰਗ ਕਰਕੇ ਐਡਿਟ ਸ਼ੈਡਿਟ ਕਰਕੇ ਤੇ ਟਿਕਟੌਕ ਤੇ ਛੱਡਦੇ ਨੇ, ਦੇਖੋ ਜੀ ਇਹ ਮੁਸਲਮਾਨ ਗਾਲੀਆਂ ਕੱਢਦੇ ਨੇ, ਤੇ ਆਪਣਾ ਪਤਾ ਹੀ ਨਹੀਂ ਤੇ ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਵੀ ਰਿਕਾਰਡਿੰਗ ਕਰ ਰਹੇ ਹੁੰਦੇ ਆ। ਜੀ ਬਿਲਕੁਲ। ਇਹਦੇ ਵਿੱਚ ਮੈਂ ਸਿਰਫ ਹੁਸੈਨੀ ਸਾਹਿਬ ਤੁਹਾਡੀ ਇਜਾਜ਼ਤ ਹੋਵੇ ਤੇ ਮੈਂ ਜੀ ਬਿਸਮਿਲ੍ਲਾ ਕਰੋ। ਦੇਖੋ ਗਾਲਾਂ ਯਾਰਾਂ ਦੋਸਤਾਂ ਦੇ ਵਿੱਚ ਫਰੈਂਕ ਗੁਫ਼ਤਗੂ ਦੇ ਵਿੱਚ ਬਹੁਤ ਸਾਰੇ ਸਾਡੇ ਪੰਜਾਬੀ ਦੇ ਵਿੱਚ ਇੱਕ ਫਰੈਂਕ ਡਿਸਕਸ਼ਨ ਹੋ ਰਹੀ ਹੋਵੇ ਤੇ ਬਥੇਰੀਆਂ ਗਾਲਾਂ ਗੁਲਾ ਆ ਜਾਂਦੀਆਂ। ਐਸੀ ਤਰ੍ਹਾਂ ਹੀ ਤੁਸੀਂ ਮੁਨਾਜ਼ਰਾ ਰਾਈ ਦੇ ਵਿੱਚ ਤੁਸੀਂ ਗੱਲਾਂ ਕਰਦੇ ਹੋ, ਸਖਤ ਜੁਮਲੇ ਵੀ ਹੋ ਜਾਂਦੇ ਨੇ। ਅਦਬੀ ਨਸ਼ਿਸਤਾਂ ਜਾਂਦੇ ਹੋ ਉੱਥੇ ਹੋਰ ਤਰ੍ਹਾਂ ਦਾ ਮਜ਼ਾਕ ਹੁੰਦਾ ਹੈ। ਲੇਕਿਨ ਗੱਲ ਹੈ ਵੇ ਮੈਨੂੰ ਜਿਸ ਚੀਜ਼ ਤੋਂ ਜ਼ਾਤੀ ਤੌਰ ਤੇ ਬੇਜ਼ਾਰੀ, ਉਕਤਾਹਟ ਔਰ ਘਿਨ ਆਉਂਦੀ ਹੈ, ਤਾਫੁਨ ਆਉਂਦਾ ਹੈ, ਰਾਈਟ, ਬਕਾਇਦਾ ਘਿਨ ਆਉਂਦੀ ਹੈ। ਉਹ ਇਹ ਕਿ ਨਾਮ ਤੁਸੀਂ ਲੈਣਾ ਚਾਹੁੰਦੇ ਹੋ ਅੱਲਾਹ ਤਬਾਰਕ ਤਾਲਾ ਦਾ, ਜ਼ਿਕਰ ਆਪਣੇ ਆਪ ਨੂੰ ਤੁਸੀਂ ਕਰਨਾ ਚਾਹੁੰਦੇ ਹੋ ਕਿ ਅਸੀਂ ਕੁਰਾਨ ਸ਼ਰੀਫ ਦੀ ਜਿਹੜੀ ਨਾ ਉਹ ਸਾਡੇ ਲਈ ਹੁਜਤ ਹੈ, ਉਹ ਇਹ ਸਾਰਾ ਮਸ਼ਅਲ ਰਾਹ ਹੈ, ਰਾਈਟ। ਬੇਸ਼ੱਕ ਉਸਵਾ ਹਸਨਾ ਸਾਡੇ ਲਈ ਰਸੂਲ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਦੀ ਜ਼ਾਤ ਹੈ। ਮੁਫਤੀ ਸਾਹਿਬ ਥੱਲੇ ਸੋਰੀ ਤੁਹਾਡੀ ਗੱਲ ਕੱਟ ਰਹੇ ਥੱਲੇ ਮੁਫਤੀ ਸਾਹਿਬ ਕਹਿੰਦੇ ਨੇ ਮੈਨੂੰ ਕਾਲ ਤੇ ਲੈ ਲਓ। ਜੀ ਠੀਕ ਹੈ। ਹੁਣ ਜਦੋਂ ਤੁਸੀਂ ਬਹਿਸ ਕਰਦੇ ਹੋ ਸੋਸ਼ਲ ਮੀਡੀਆ ਤੇ ਆ ਕੇ ਜਾਂ ਜਿਸ ਤਰ੍ਹਾਂ ਵੀ ਆ ਕੇ ਤੁਸੀਂ ਇੱਕ ਕਿਸਮ ਦਾ ਆਪਣਾ ਮੌਕਫ ਦੱਸ ਰਹੇ ਹੋ, ਤਾਲੁਕ ਬਿल्ला ਜ਼ਾਹਿਰ ਕਰ ਰਹੇ ਹੋ, ਤਾਲੁਕ ਰਸੂਲ ਜ਼ਾਹਿਰ ਕਰ ਰਹੇ ਹੋ, ਕੁਰਾਨ ਦੀ ਤਾਲੀਮਾਤ ਦੇ ਰਹੇ ਹੋ, ਰਾਈਟ। ਔਰ ਅਮਲੀ ਤੌਰ ਤੇ ਤੁਸੀਂ ਮੁਜ਼ਾਹਰਾ ਕਰਦੇ ਹੋ। ਮੈਂ ਲੱਖ भाषण देता रहूं कि अल्लाह ताला ने कुरान शरीफ किया है कि तालीम की वो करो, अल मुस्लिम मन सलिम अल मुस्लिमून मिन लिसानिही व यदिही। मतलब इस तरह दी मिसालां दे के ਉਹਦੇ ਬਾਅਦ ਤੇਰੀ ਭੈਣ ਦੀ, ਤੇਰੀ ਮਾਂ ਦੀ, ਤੇਰੀ ਉਹਦੀ, ਤੇਰੀ ਉਹਦੀ,
ਤੇ ਮਤਲਬ ਮੈਂ ਆਪਣਾ ਨਹੀਂ ਸ਼ਖਸੀਅਤ ਦਿਖਾ ਰਿਹਾ, ਮੈਂ ਇਹ ਸ਼ੋਅ ਕਰ ਰਿਹਾ ਕਿ ਇਹ ਜਿਨ੍ਹਾਂ ਦਾ ਮੈਂ ਹੈਡ ਬੈਨਰ ਲਗਾਇਆ ਹੈ, ਜਿਨ੍ਹਾਂ ਦਾ ਮੈਂ ਨੁਮਾਇੰਦਾ ਹੋਣ ਦਾ ਦਾਅਵੇਦਾਰ ਆ ਜਾਂ ਖਾਹਿਸ਼ਮੰਦ ਆ, ਉਹਦੀ ਇੰਨੀ ਗੰਦੀ ਤਾਲੀਮ ਹੈ ਕਿ ਉਹਦਾ ਅਮਲੀ ਮੁਜ਼ਾਹਰਾ ਜਦੋਂ ਮੈਂ ਕਰਦਾ ਤੇ ਮੇਰੇ ਜ਼ੁਬਾਨ ਦੇ ਵਿੱਚੋਂ ਸਵਾਏ ਗੰਦ ਕੁਛ ਨਹੀਂ ਨਿਕਲਦਾ। ਮੇਰੇ ਨਫ਼ਰਤ ਇੰਨੀ ਜ਼ਿਆਦਾ ਭਰ ਚੁੱਕੀ ਹੋਈ ਹੈ। ਨਫ਼ਰਤ ਇੱਕ ਜਜ਼ਬੇ ਦਾ ਨਾਂ ਹੈ, ਚਾਹੇ ਕਿਸੇ ਕਮਿਊਨਿਟੀ ਦੇ ਬਾਰੇ ਚ ਹੋਵੇ, ਕਿਸੇ ਸ਼ਖਸੀਅਤ ਦੇ ਬਾਰੇ ਚ ਹੋਵੇ। ਇਹ ਤੁਹਾਡੇ ਅੰਦਰ, ਤੁਹਾਡੇ ਅਲਫਾਜ਼ ਜਿਹੜੇ ਨੇ ਤੁਹਾਡੇ ਸਫੀਰ ਹੁੰਦੇ ਨੇ। ਜਦੋਂ ਤੁਸੀਂ ਬੋਲਦੇ ਹੋ ਤੇ ਪਹਿਚਾਣੇ ਜਾਂਦੇ। ਮੌਲਾ ਅਲੀ अलैहिस्सलाम ਦਾ ਕੌਲ ਹੈ ਕਿ ਤੂੰ ਬੋਲ ਤਾਂ ਕਿ ਤੂੰ ਪਹਿਚਾਨਾ ਜਾ। ਤੇ ਇਹਦੇ ਵਿੱਚ ਗੱਲ ਹੈ ਨਾ ਕਿ ਇਹਦੇ ਵਿੱਚ ਜਿਸ ਤਰ੍ਹਾਂ ਇੱਕ ਦਹਿਸ਼ਤਗਰਦ ਦਾ ਕੋਈ ਮਜ਼ਹਬ ਨਹੀਂ ਹੁੰਦਾ, ਮੈਂ ਸਮਝਦਾ ਵਾਂ ਕ੍ਰਿਮੀਨਲ, ਇਸੇ ਤਰ੍ਹਾਂ ਜਿਹੜਾ ਗਾਲੀਬਾਜ਼ ਹੈ ਉਹਦਾ ਕੋਈ ਮਜ਼ਹਬ ਨਹੀਂ ਹੁੰਦਾ, ਉਹਦਾ ਮਜ਼ਹਬ ਸਿਰਫ ਬੇਹੂਦਗੀ ਹੈ, ਬੇਸ਼ੱਕ ਉਹਦਾ ਮਜ਼ਹਬ ਸਿਰਫ ਗੰਦਗੀ ਹੈ, ਉਹਦਾ ਕਿਰਦਾਰ ਸਿਰਫ ਇੱਕ ਸਕਾਂਕ ਦੀ ਤਰ੍ਹਾਂ ਹੋ ਜਾਂਦਾ ਹੈ। लो फिर हम पाक कलाम थोड़ा जा सुन लो, मेरा ख्याल है हमदे बारी ताला अल्लाह ताला दी हमद सुन लेंगे। एक मिनट सैनी साहब, एक मिनट गल है कि ताहिर साहब फरमा रहे ने कि गालीबाज का कोई मजहब नहीं होता, वो दहशतगर्द होता है। हेलो जनाब सैनी साहब भी तो गाने सुन लिया करो ना जी। नवा काम शुरू किया है भाई। हेलो सैनी साहब, ताहिर साहब को सवाल करना सी। और सब से जुदा सब में मौजूद, और सब से जुदा कौन समझे ये राज तन्हाई, कौन समझे ये राज तन्हाई। ऐ खुदाए जमाल व ज़ेबाई। जी हेलो जनाब, आ रही है जी? हेलो आवाज आ रही है? आ रही है जनाब, बोलो। हेलो आवाज आ रही है जनाब? आ रही आवाज। ਅੱਛਾ ਤਾਹਿਰ ਸਾਹਿਬ, ਤੁਸੀਂ ਅਜੇ ਹੁਣ ਫਰਮਾ ਰਹੇ ਸੋ ਕਿ ਗਾਲੀਬਾਜ਼ ਦਾ ਕੋਈ ਮਜ਼ਹਬ ਨਹੀਂ ਹੁੰਦਾ ਤੇ ਉਹ ਦਹਿਸ਼ਤਗਰਦ ਹੁੰਦਾ ਹੈ, ਇਹ ਗੱਲ ਠੀਕ ਹੈ? ਮੈਂ ਕਹਿ ਰਿਹਾ ਕਿ ਜਿਹੜਾ ਦਹਿਸ਼ਤਗਰਦ ਹੁੰਦਾ ਉਹਦਾ ਕੋਈ ਮਜ਼ਹਬ ਨਾਲ ਤਾਲੁਕ ਨਹੀਂ ਹੁੰਦਾ, ਉਹਦਾ ਮਾਈਂਡ ਨਹੀਂ ਸੈਟ ਤੁਸੀਂ ਅਜੇ ਹੁਣ ਮੈਂ ਰਿਕਾਰਡਿੰਗ ਕਰ ਰਿਹਾ ਵਾਂ ਜਨਾਬ, ਰਿਕਾਰਡ ਤੇ ਆ ਚੁੱਕੀ ਹੈ ਗੱਲ। ਵਸ਼ੇ ਸਾਹਿਬ, ਮੈਨੂੰ ਇਹ ਰਿਕਾਰਡਿੰਗ ਕਰਕੇ ਕੋਈ ਬਲੈਕਮੇਲਿੰਗ ਹੋ ਜਾਏਗੀ, ਮੈਂ ਮਰੂਬ ਹੋ ਜਾਵਾਂਗਾ, ਤੇ ਇਹ ਗੱਲ ਜਿਹੜੀ ਹੈ ਨਾ ਇਹ ਸਫਾ ਪਾੜ ਦਿਓ, ਕਿਉਂਕਿ ਉਹ ਇੱਕ ਸ਼ੇਰ ਉਹ ਤੇ ਚਲੋ ਠੀਕ ਹੈ, ਲੇਕਿਨ ਇਹ ਗੱਲ ਗਲਤ ਤੁਸੀਂ मतलब ਇਹ ਗੱਲ नहीं तुसा कही कि गालीबाज का कोई मजहब नहीं होता और गालीबाज दहशतगर्द होता है, ये बात आपने की है कि नहीं की? मैंने ये बात नहीं, हम भी दो चीजों को मिला रहे हैं। अच्छा आपने नहीं की। अच्छा चले, आप कम से कम इस चीज को मानते हैं कि नहीं कि गालीबाज का कोई मजहब नहीं होता और वो दहशतगर्द होता है? मैंने ये आप अल्फाज मुझे अपने जी जी बोले बोले, हुसैनी साहब को अपना काम करने दे, हम अपना काम करते हैं। नहीं वो जी जब वो फिर वो समझ नहीं आती ना बात, नहीं समझ आ रही है, मुझे आ रही है जी ताहिर साहब। मैं ये कह रहा हूँ जी जी ये सुन लेते हैं ना, मुझे इस तरह को
नहीं हुसैनी साहब ने अब यही लगा के रखनी है, उनकी आदत है, जब वो बात होती है ना तो वो फिर बीच में कोई चीज चला देती है। मैं ये कह रहा हूँ कि मुझे अपना माफी ज़मीर बयान करने के लिए किसी के भी अल्फाज मुख्तार लेने की जरूरत नहीं है। अल्हम्दुलिल्लाह अल्हम्दुलिल्लाह सुम्मा अल्हम्दुलिल्लाह, मेरे पास ज़ख़ीरा अल्फाज की भी कमी नहीं, और उसको अदा करने के लिए अल्लाह तबारक ताला ने क़ुव्वत गोयाई दे रखी है। मैंने जो कहना होता है वो मैं कह देता हूँ। आपने जो दो चीजों को मिक्स अप करके एक कॉकटेल पेश की है, मैं उससे मुत्तफिक नहीं हूँ। मैंने जो अर्ज की थी वो ये कहा था कि जिस तरह दहशतगर्द का कोई मजहब नहीं होता, वो एक क्रिमिनल माइंडसेट होता है, उसको मजहब का नाम देना मैं जायज नहीं समझता, गैर जरूरी समझता हूँ। इसी तरह जो गालीबाज होता है, जो बेहुदा बातें करता है, वो उसका मतलब बेहूदगी है, दहशतगर्दी और मानों में मैंने कहा था, इसलिए मैंने तस्दीक करना जरूरी समझी। जबरदस्त हो गया, बस ठीक हो गया ना। चले, अभी वाली स्टेटमेंट आपकी ये है कि जो गालीबाज होता है ना, ये बेहूदगी है और उसका मजहब बेहूदगी है, क्या ये ठीक है ये स्टेटमेंट? मुफ्ती साहब, मैं आपको अपना थोड़ा सा तारुफ करा देता हूँ। नहीं, वो मुझे, मैं ताहिर हमजा साहब आपको बड़े अरसे का जानता हूँ व्हाट्सएप से, तो आप तारुफ ना करवाएं, मुझे पता है। अच्छा, आप मुझे जरा बता दें, अभी जो स्टेटमेंट आपने दी है कि गालीबाज बेहुदा होता है और उसका मजहब बेहूदगी होता है, ऐसा ही है? आप जो आगे चलकर जो नतीजा अखज करेंगे, मैं नहीं छोड़े, आप अपनी स्टेटमेंट तो एक वाजे तौर पे आप उन पंजाबी च कहंदे पैरों से भार पाओ, थोड़ा जा की हो गया जे? मैं कोई गलत नहीं थोड़े को पूछ रहा। बिल्कुल, मैंने ये जो कहा है सो कहा है जी, लेकिन आपने जो नतीजा कहा है, बस ठीक हो गया, बस ठीक हो गया, बस इसके ऊपर ज्यादा तबसरा बाद में करते हैं जनाब। एक मिनट रुक, ना 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 ना, ए चक्कर कोई नहीं, ए मुदारी तेरे ऐसा है कि मैं टाइम वाच लगा, स्टॉप वाच लगा लेता हूँ, तो 1 मिनट आप बात कर लें, फिर मैं कर लूंगा। अब आप बोल लें। मैं ये कह रहा हूं, जो बदजुबान होता है, बदकलाम होता है, वो उसके अंदर गंदगी जो है वो जाहिर करता है। बाकी जो हवाले निकाल कर एक किसी बाग में जाते हैं जहां पर खूबसूरत फूल भी लगे हों, जहां पर कुछ कांटे भी हों, और वो अपना दामन उन कांटों से भर कर आ जाए और वो अपने कांटे दिखाए, ये देखो फलां में ये ऐब है, वो ऐब है, वो ऐब है, तो उसका दामन कांटों से भरा होता है। उसकी शख्सियत में खुशबू नहीं होती, क्योंकि उसे फूलों से कोई दिलचस्पी नहीं होती। उसका मुद्दा यही होता है कि मैंने बाग में जाना है, वहां पे हर तरह के कांटे जो है ना उसको रजिस्टर करने हैं। उसकी आंखों में, उसके जहन में, उसके दामन में सिवाय कांटों के कुछ नहीं होता। कांटे भी जरूरी होते हैं, लेकिन आप जब बोलते हैं तो आपके अल्फाज, आपकी शख्सियत। टाइम खत्म हो गया जी, टाइम खत्म हो गया। अच्छा, गुजारा ये है कि ठीक है, बड़ी जबरदस्त आपने बात की है और गाली गलोच की आपने जनाब मजम्मत की है और बेहूदगी और गंदगी की मजम्मत की है। बड़ा जबरदस्त आपकी ये तकरीर, बड़ी कमाल की है। अच्छा, अब ये नहीं है कि भाई ये जो आपका फतवा है ये तो किसी और के लिए कोई और हो, तो जब अपने घर की बारी है तो फतवा कोई और हो, तो फिर छतीर लम्मा पा दियो जी। इंज नहीं, मौलवी साहब के बच्चे ने उन्हें फतवा पहले दे छड़िया मौलवी ने कि जनाब जेड़ा ज़ना करे ना ते वो छतीर लंबा करके ते उन्नियां रोटियां दी लैन ला के ना ते सदका करो। किसी ने आख्या तुहाडे बच्चे ने कर छड़िया जे इस जना, उन्हें क्या इंज करो, छतीर लम्मा पा के जिन्नियां रोटियां बनदियां ने वो सदका कर दे। इंज नहीं, मैं टाइम थोड़ा जा ज्यादा लवांगा, मेरा टाइम अगर ते खत्म हो गया ते मैं गुफ्तगू करनी है जी। एक मिनट जी भाई ना, तू 2 मिनट ले लिया जे ना, मैं टाइम नोट कर रहा हूं, जितना टाइम मेरा होएगा उन्ना ही तुसी गुफ्तगू करोगे।
ਕੋਈ ਤੁਸੀਂ ਬਾਤ ਨਹੀਂ ਖੁਦ ਕਿਹਾ ਤੁਹਾਡਾ ਟਾਈਮ मोहतरमा मैं ਤੁਹਾਨੂੰ कहना ਵਾ ਮੈਂ ਸਟਾਵਾ ਚਲਾਈ ਹੈ ਮੈਂ ਤੁਹਾਨੂੰ ਉਨਾ ਹੀ ਟਾਈਮ ਤੁਹਾਨੂੰ ਦਿਆਂਗਾ ਇਹ ਆਨਾ ਨਹੀਂ ਜਿੰਨਾ ਤੁਹਾਡਾ ਟਾਈਮ ਖਤਮ ਹੋ ਗਿਆ ਤੇ ਫਿਰ ਖਾਮੋਸ਼ ਹੋ ਜਾਓ ਇੰਜ ਨਹੀਂ ਕਿ ਤੁਸੀਂ ਝਾੜ ਦਿਓ ਜਦੋਂ ਮੈਦਾਨ ਲੱਗਦਾ ਹੈ ਜਦੋਂ ਜੰਗ ਹੁੰਦੀ ਹੈ ਉਹਦੇ ਇੱਕ ਪਾਸੇ ਮੌਲਾ ਅਲੀ ਦੀ अलैहिस्सलाम ਦੀ ਤਲਵਾਰ ਹੁੰਦੀ ਹੈ ਔਰ ਦੂਸਰੇ ਪਾਸੇ ਇੱਕ ਇਸਲਾਮ ਦੁਸ਼ਮਣ ਦੀ ਤਲਵਾਰ ਹੁੰਦੀ ਹੈ ਅਮਲ ਬਜ਼ਾਹਿਰ ਸੇਮ ਲੱਗਦਾ ਹੈ लेकिन ਇਹਨਾਂ ਦੋਨਾਂ ਦੇ ਵਿੱਚ ਜ਼ਮੀਨ ਆਸਮਾਨ ਦਾ ਫਰਕ ਹੁੰਦਾ ਹੈ कि कुछ फर्क करो अहले नजर इश्को हवस में आहों का धुआं और है सिगरेट का धुआं और ਇਹਦੇ ਵਿੱਚ ਤਫਰੀਕ ਨਾ ਕਰਨੀ ਔਰ ਸਾਰੇ ਨੂੰ ਇੱਕ ਜਿਹੜਾ ਨਾ ਲਾਠੀਆਂ ਝਾੜ ਦੇਣਾ ਇਹ ਮੁਨਾਸਬ ਨਹੀਂ ਹੁੰਦਾ ਇਹ irresponsible ਹੁੰਦਾ ਹੈ ਇਸੇ ਤਰ੍ਹਾਂ ਹੀ ਅਗਰ रसूल अकरम सल्लल्लाहु अलैहि वसल्लम ने अपने मुखालफीन ने जो अबू जहल किया है नाम तो उमर सी या होर सख्त अल्फाज नाल इस्तेमाल कीते ने ते इस तो यह भी नतीजा निकलदा है कि वो रहमतुल लिल आलमीन नू उन्हें कितना सताया होएगा कि जिन्ना इन्ना रहीम अच्छा जी टाइम खत्म हो गया जी टाइम 1 मिनट खत्म हो गया जी हुन चलो अच्छा गुजारिश है वे कि रूहानी खजाइन जिल्द 9 सफा 31 ਦੇ ਉੱਤੇ ਸਿਰਫ ਇੱਕ ਇਬਾਰਤ ਅਜੇ ਪੜਾਂਗਾ ਇਹਦਾ ਜਵਾਬ ਦੇ दिया जे मिर्जा जी फरमाते हैं हमारी फतह का कायल नहीं होगा तो साफ समझा जाएगा कि इसको वलदुल हराम बनने का शौक है और हलाल ज़्यादा नहीं ये तबलीग का कौन सा तरीका है कि जो इनके ऊपर ईमान नहीं ला रहा उसको गालियां निकाल रहे हैं हरामी कह रहे हैं हाँ जी आपने अभी बड़ा जनाब फलसफा जड़ा है कि सिगरेट का धुआं और है तो फलां का धुआं और है हाँ जी गाली बाज का कोई मजहब नहीं होता ये बेहूदगी होती है गंदगी होती है गंदगी को जाहिर करता है अच्छा ये अब आप फतवा मिर्जा जी के ऊपर क्या लगाएंगे ये आपने बताना है अपने टाइम के अंदर स्टाफ वॉच मैंने लगाई हुई है दोनों को एक बराबर टाइम मिल रहा है मैं हवाले से बात कर रहा हूँ मैंने कोई आपको कोई गाली नहीं निकाली कोई बद तहजीबी नहीं की टाइम मेरा खत्म हुआ देखिए अल्लाह ताला ने भी जो मुआनदीन हैं उनके लिए सख्त अल्फाज कुरान पाक में भी आए हैं इसी तरह जो उसवा हसना है वो हजरत सल्लल्लाहु अलैहि वसल्लम है जो अब फतेह मक्का पर ला तस्रीबा अलैकुमुल यौम कहकर सबको माफ भी कर देने की ज़र्फ रखते हैं उन्होंने भी बाज बदबख्तों को ये कहा कि तू अब अबू जहल कह के पुकारा अबू लहब कह के पुकारा और बहुत सारे अलकाब निकाले इससे ये नतीजा निकलता है जो तकवा अल्लाह को मद्देनजर रखता हो कि उन्होंने इतना सताया है उस पाक हस्ती को कि उस रहीम और करीम शख्सियत के मालिक को भी ये कहने का जरूरत पड़ गई तो इससे उसकी बदबख्ती जाहिर होती है इसी तरह आपके जो गुलाम हैं ये जो भी रहनुमा है जी टाइम खत्म हुआ जी टाइम खत्म हुआ अच्छा मेरी बात का कोई जवाब तो दिया कोई नहीं आपने अपना फलसफा फिर झाड़ना शुरू कर दिया हाँ जी आप मुझे पता है आप शायर हैं तो वो शायराना बातें ही करनी है कि सवाल का जवाब ही देंगे रूहानी खज़ाइन जिल्द 9 सफा 31 के ऊपर मिर्जा साहब फरमाते हैं हमारी फतह का कायल नहीं होगा तो साफ समझा जाएगा इसको वलदुल हराम बनने का शौक है और हलाल ज्यादा नहीं वो गालियां निकाल रहे हैं गालियां निकाल के तबलीग होती है हाँ जी कोई हरामियां ये कह के तबलीग होती है बताइए इसका जवाब भी तो देना कोई ये शेर सुनाने हैं आपने मुझे पता है आप शायर हैं लेकिन कम से कम इसका जवाब भी तो दें कोई जवाब कोई है कोई नहीं तो फलसफा झाड़ के अपना टाइम आप खिंचा तुरई करके पूरा कर रहे हैं अगला मिनट आपका शुरू हो रहा है इसका जवाब दीजिए इस हवाले का मैंने अपनी तरफ से नहीं मिर्जा साहब की किताब पढ़ के सुनाई है चलें जनाबे वाला नंबर 1 तो आपने 2 दफा ये कहा है कि आपको पता है कि मैं शायर हूं आपकी जो अखबार है या जो आपके जराए हैं वो गलत हैं आपकी जो मालूमात हैं जो नतीजे आपने अखज़ कर रखे हैं मेरे बारे में या किसी और के बारे में वो दुरुस्त नहीं है मैं शायर नहीं हूं मैं शेर नहीं कहता लेकिन आप तो मुफ्ती भी हैं
آپ نے آپ کے ذہن میں آیا کہ یہ شاعر ہے تو آپ نے مجھے شاعر کہہ دیا. میں تو شاعر نہیں ہوں. اس کا مطلب یہ ہے کہ آپ کے پاس جو معلومات ہیں وہ ناقص ہیں اور آپ نے جو نتائج اخذ کیے ہیں وہ درست نہیں ہیں. باقی آپ نے کہہ رہے ہیں کہ میں نے سوال کا جواب نہیں دیا تو جناب والا میں نے حضرت صلی اللہ علیہ وآلہ وسلم کا حوالہ دیا ہے. ٹائم ختم ہو گیا, ٹائم ختم ہوا, ٹائم ختم ہوا. چلو معلومات میری ناقص ہے تو یہ حوالہ جو ہے یہ بھی ناقص ہے. روحانی خزائن جلد 9 صفحہ 31 یہ حوالہ ناقص ہے, یہ والی معلومات ناقص ہے میری. ہاں جی, میں تو پڑھ کے سنا رہا ہوں آپ کو معلومات ناقص. یہ کہاں پہ معلومات ناقص ہو گئی ہے جی؟ ہماری فتح کا قائل نہیں ہوگا تو صاف سمجھا جاوے گا. اگلے حوالے تو میرے پاس کوئی 50 کے قریب ہیں. مرزا صاحب نے موٹی موٹی جو گالیاں نکالی ہیں, کٹی دیو پترو, حرام زادیو, او کتےو, او حرامیو, خنزیرو, وہ بعد میں سناؤں گا آپ کو, حوالے بعد میں دوں گا. لیکن ابھی تو ایک حوالے پہ بات کر رہا ہوں, اس پر تو آپ جواب دے نہیں رہے. ہے جی, تو اپنا ٹائم کھچت ہوئی کر کے آپ پورا کر رہے ہیں. وہ کوئی جواب بھی تے دیو نا جی, کوئی جواب کتوں لبنا ہے سانو؟ پھر تو کہنا ہے 4 دن اٹکیا سی, جواب دے چھڑے ہوئے نے, جواب دے دیے ہوئے ہم نے, بڑی دیر کے جواب دے دیے. چلے میرا ٹائم ختم ہوا. حضرت مرزا صاحب فرماتے ہیں کہ گالیاں سن کر دعا دو, پا کے دو کارام دو, کبر کی عادت جو دیکھو تم دکھاؤ انکسار. آپ حضرت محمد مصطفیٰ صلی اللہ علیہ وآلہ وسلم کے غلام ہیں, نوکر ہیں, خادم ہیں. حضرت صلی اللہ علیہ وآلہ وسلم نے عمر کو جو الحکم کے نام سے پہچانا جاتا تھا, معاشرے میں اس کی عزت تھی, پڑھا لکھا تھا, اس کو ابو جہل کہہ دیا. اپنے چچا کو ابو لہب کہہ دیا. رائٹ, اس سے کیا مطلب نکلتا ہے؟ ہر کسی یہ نہیں ملتا کہ حضرت صلی اللہ علیہ وآلہ وسلم کی جو کمپانا کلاس ہے اس میں کوئی کوشچن اٹھتا ہے. اس سے یہ سوال ہوتا ہے کہ وہ کم بخت ایسے تھے, وہ ذلیل ایسے تھے جنہوں نے حضرت صلی اللہ علیہ وآلہ وسلم جیسی شفیق شخصیت سے بھی ٹائم ختم ہوا, ٹائم ختم ہوا, ٹائم ختم ہوا, ٹائم ختم ہوا. اچھا, گزارا یہ ہے کہ گالیاں سن کر دعا دو. بلے بھائی بلے, گالیاں سن کے یہ دعائیں دے رہے ہیں. ہاں جی, وہ تو کہہ رہے ہیں روحانی خزائن جلد 14 صفحہ 80 کے اوپر وَإِنَّمَا نَرُدُّ صَبَّ الصَّابِينَ عَلَىٰ وُجُوهِهِمْ جَزَاءً لِلْمُفْتَرِيَاتِ. وہ کہتے ہیں میں گالیاں دینے والوں کو ڈبل گالیاں نکالوں گا. یہ دعائیں دے رہے ہیں. ہاں جی, اور آپ کہہ رہے ہیں جی وہ تو محمد کے غلام ہیں. محمد کے غلام کتوں ہو گئے؟ وہ تو کہتے ہیں میں خود محمد ہاں. اٹھا کے دیکھیے روحانی خزائن جلد 18 صفحہ 207. وہ کہتے ہیں خود میں محمد ہوں, میں احمد ہوں. کسی چیز کا جواب بھی تو دینا آپ. ٹائم جب آتا ہے تو آپ بس ادھر ادھر کی شعر و شاعری, ابھی بھی شعر آپ نے پڑھ کے سنایا ہے, گالیاں سن کر دعا دو. مرزا صاحب کا شعر, جواب بھی تو دینا کوئی. ٹائم میرا ختم ہوا. آپ کا شروع ہو گیا, ختم ہو گیا. حضرت مرزا صاحب بدنگاں کڈی جاؤ تو جواب نہ دے آج. یار جواب تہاڈا دل ہے کہ جو تہاڈے ذہن وچ ہے نا کہ میں گل کراں تے میرے کو تسی اینے سیانے ہیگے ہو کہ میرے کو او جڑا نا الفاظ میری زبان تو تسی ادا کروا لو گے. یہ تہاڈی بھول ہے. جس طرح تانوں باقی گلاں تے مغالطہ لگا ہے, اس طرح مغالطہ لگا کہ میں شاعر ہاں, تہاڈوں تعارف آیا تو او میں گل کیتی سی کہ او تہاڈی گل غلط ہے, درست نہیں ہے. تو تسی ہن مطلب گل نو تو کھچڑے ایدا جواب دیو نا. حضرت صلی اللہ علیہ وآلہ وسلم نے ابو الحکم عمر نو ابو جہل کیوں کیا؟ ابو لہب نو چچا ہے انہاں دا, انہوں لہب کیوں کیا؟ اللہ تعالیٰ نے بھی وہ گواہی دیتی. پھر حضرت میں ایتھوں تک ہی رہنا چاہنا کہ جڑے بدبخت نے. ٹائم ختم ہوا جی, ٹائم ختم ہویا, ٹائم ختم ہویا, ٹائم ختم ہویا. اچھا جی, تواڈے کول میں پوچھے کوئی ابو لہب تے ابو جہل دے بارے؟ حد ہو گئی, سوال گندم جواب چنا. یار کی کردے ہو مربیو؟ تواڈے بارے تے مرزا قادیانی صاحب نے فرمایا ہے کہ میری جماعت کے جو لوگ ہیں وہ دلائل اور جناب نشانوں کی روح سے مخالفین کا منہ بند کر دیں گے.
ਇਹ ਮੂੰਹ ਬੰਦ ਕਰਦੇ ਹੋ ਪਏ ਤੁਸੀਂ। ਉਹ ਬਰੇਲਵੀਓਂ ਕੇ ਯਾਰ ਬਸ ਮੇਰੇ ਚੁੱਪ ਕਰੋ, ਸ਼ਰੀਆ- ਆਪਣੇ ਵਕਤ 'ਚ ਤੁਹਾਡੇ ਕੋਲ ਕੋਈ ਜਵਾਬ ਦਿੱਤਾ ਕੋ ਨਹੀਂ ਜਾਂਦਾ, ਚੁੱਪ ਕਰਕੇ ਸੁਣੀਦਾ ਹੁੰਦਾ ਹੈ। ਤਾਂ ਮੁਰ ਰੱਖੀਦਾ, ਸਾਹ ਵੀ ਰੱਖੀਦਾ ਹੁੰਦਾ ਹੈ। ਹੱਦ ਹੋ ਗਈ है, टाइम टू टाइम चल रहे हैं। अपने वक्त पे तो आपके पास कोई जवाब है कोई नहीं। इधर उधर ਦੀਆਂ ਗੱਪਾਂ ਮਾਰ ਕੇ ਤੇ ਚਲੋ ਜੀ ਤੁਸੀਂ ਖਿੱਚਾ ਧਰੂਈ ਕਰਕੇ ਟਾਈਮ ਪੂਰਾ ਕਰਦੇ ਹੋ। ਇਹ ਵਿੱਚ ਹੁਣ ਬੋਲੀ ਜਾਓ। नहीं, मैं आपके वक्त में बोलता हूँ, मैं माजरत करता हूँ। ये मैंने ले समझा आप मुझसे फिर जवाब बोली दे रहे हैं। जाओ। मेरा टाइम ਹੁਣ ਸ਼ੁਰੂ ਹੋਇਆ ਹੈ। ठीक है, ਜਦੋਂ ਤੁਸੀਂ ਬੋਲੋਗੇ मेरा टाइम उਦੋਂ शुरू होएगा। समझ आई कि नहीं? रूहानी खज़ाइन जिल्द 9 सफा 31 का मुझे जवाब दें। हमारी फतह का कायल नहीं होगा तो साफ समझा जाएगा कि इसको वलदुल हराम बनने का शौक है और हलाल ज़्यादा नहीं। हुन दूजा वाला भी पढ़ो, रूहानी खज़ाइन जिल्द 14 सफा 53। मिर्जा कादियानी कहता है दुश्मन हमारे बियाबानों के खंदीर हो गए और उनकी औरतें कुत्तियों से बढ़ गई। ये हुसैनी साहब बैठे हैं, ये मिर्जा कादियानी को नहीं मानते, तो क्या ये वलदुल हराम है? क्या ये खंजीर है? क्या इनकी औरतें कुत्तियों से बढ़ गई हैं? बताए, जवाब दे इसका। मुफ्ती साहब सारी दुनिया नहीं मार रही मिर्जा कादियानी को, सारी दुनिया को मिर्जा कादियानी ने गालियां निकालेंगे। मैनू गाना कढ़ने वास्ते ये तबलीग का कौन सा तरीकाकार है भाई? हाँ जी, मैं क्या मैनू अच्छा ਹੁਣ ਟਾਈਮ ਤੁਹਾਡਾ ਚਲੋ ਮੇਰਾ time ਖਤਮ ਹੋਇਆ ਹੁਣ। ਹੋਰ ਤਾਂ ਨਹੀਂ ਹੋਣਾ ਹੈ। ਉਸੂਲੀ ਤੌਰ ਤੇ ਮੈਂ ਹੁਣ ਦੁਬਾਰਾ ਟਾਈਮ ਸ਼ੁਰੂ ਕਰਨਾ ਸੀ, ਤੁਸੀਂ ਵਿੱਚ ਮੇਰੇ ਟਾਈਮ ਤੇ ਬੋਲੇ ਸੋ, लेकिन बहरहाल बोल लो। ਤੁਸੀਂ ਪਹਿਚਾਣੇ ਜਾਓ। ਮੈਨੂੰ ਇਹ ਮੇਰੇ लिए रवैये नवे नहीं हैगे मुफ्ती साहब, मैं देख चुकिया। कोई जवाब भी ते दवो ना रुइये। रवैये है वे कि हजरत इमाम मेहदी, हजरत मिर्जा गुलाम अहमद कादियानी अलैहिस्सलातु वस्सलाम ने जो कुछ किया है वो दुरुस्त किया है। ਉਹ ਜਿਹੜੇ ਸਖਤ ਅਲਫਾਜ਼ ਇਸਤੇਮਾਲ ਕੀਤੇ ਨੇ ਉਹਨਾਂ ਦੀ ਖਾਸਲਤ ਐਸੀ ਸੀ ਕਿ ਉਹਨਾਂ ਨੇ ਹਜ਼ਰਤ ਸੱਲੱਲਾਹੁ ਅਲੈਹਿ ਵਸੱਲਮ ਦੇ ਕਾਮਲ ਗੁਲਾਮ ਨੂੰ ਵੀ ਇਹ ਕਹਿਣ ਤੇ ਮਜਬੂਰ ਕੀਤਾ ਆਪਣੀ ਆਦਾਤ ਦੀ ਵਜ੍ਹਾ ਤੋਂ। ਉਹ ਇੱਕ ਨੂੰ ਫਰੋਲੋਗੇ ਨਾ ਤੇ ਉਹ ਸਾਰੀ ਸਮਝ ਆ ਜਾਏਗੀ ਉਹਨਾਂ ਦੀ ਫਿਤਰਤ ਕੈਸੀ ਸੀ ਔਰ ਉਹਨਾਂ ਦੇ ਇਤਰਾਜ਼ਾਤ ਕੈਸੇ ਸੀ, ਔਰ ਅੱਜ ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਵੀ ਉਹੀ ਕੁਝ ਕਰ ਰਹੀਆਂ ਨੇ। ਚਲੋ ਤੁਸੀਂ ਤੇ ਮੈਂ ਨਾ 20 ਸੈਕਿੰਡ ਪਹਿਲੇ ਹੀ ਤੁਹਾਡੇ ਸਾਹ ਸੁੱਕ ਗਏ ਨੇ, ਲਫ਼ਜ਼ ਹੀ ਖਤਮ ਹੋ ਗਏ ਨੇ। ਉਹ ਜਿਹੜੀਆਂ ਕਹਾਣੀਆਂ ਤੁਹਾਡੀਆਂ ਕਹਾਣੀਆਂ ਵੀ ਖਤਮ ਹੋ ਗਈਆਂ ਨੇ। ਮੇਰਾ ਟਾਈਮ ਹੈ ਹੁਣ, ਬੋਲੋ ਨਾ ਵਿੱਚ, ਚੁੱਪ ਕਰ ਜਾਓ। ਆਪਣੇ ਟਾਈਮ 'ਚ ਤੁਹਾਡੇ ਕੋਲ ਕੁਝ ਵੀ ਨਹੀਂ, ਹੁਣ ਤੁਹਾਡੀਆਂ ਕਹਾਣੀਆਂ ਵੀ ਖਤਮ ਹੋ ਗਈਆਂ ਨੇ। ਸਾਰੀ ਦੁਨੀਆ ਨੇ ਵੇਖ ਲਈ ਇਹਨਾਂ ਦੀ ਕਰਤੂਤ, ਵੇਖ ਲਓ, ਕਰ ਲਓ ਫੈਸਲਾ ਪਈ। ਇਹ ਹਾਲਾਤ ਜੇ ਜਮਾਤੇ ਅਹਿਮਦੀਆ ਦੇ, ਇਹ ਜੇ दलाइल पे थे ओ जनाब निशानों की रूह से मुखालिफिन का मुंह बंद कर रहे जे जमाते अहमदिया वाले। ये अज जिहड़ी हरकत कीती है ना, तुसां गालां कड्डियां ने ते जिहड़ी तुसीं तौहीन कीती है उम्मुल मोमिनीन दी, ते ਇਹ असल ते तरबियत ਉਹ मिर्जा कादियानी साहब ਦੀ है। समझ आई कि नहीं? ਉਹ ਮਿਰਜ਼ਾ ਜੀ ਕਿਸੇ ਨੂੰ ਛੱਡੇ ਨਹੀਂ ਉਹਨਾਂ ਨੇ, ਹਰ ਇੱਕ ਨੂੰ ਗਾਲਾਂ ਕੱਢਦੇ ਰਹੇ ਨੇ। ਤੇਰੀ ਭੈਣ ਦੀ, ਤੇਰੀ ਮਾਂ ਦੀ, ਤੇਰੀ ਇੰਜ, ਤੇਰੀ ਉਹ। ਜਿੰਨੀਆਂ ਪੰਜਾਬੀ ਗਾਲਾਂ ਇਜਾਦ ਹੋਈਆਂ ਨੇ ਉਹ ਮਿਰਜ਼ਾ ਜੀ ਨੇ ਇਜਾਦ ਕੀਤੀਆਂ ਨੇ। ਇਸ ਤੋਂ ਪਹਿਲੇ ਦੁਨੀਆ 'ਚ ਪੰਜਾਬੀ ਗਾਲਾਂ ਹੈ ਹੀ ਨਹੀਂ ਸਨ। ਇਹ ਜਿਹੜੇ ਜੱਟ ਤੇ ਇਹ ਗੁੱਜਰ ਕੱਢਦੇ ਨੇ, ਇਹ ਭਾਜੀ ਉੱਥੋਂ ਨਿਕਲੀਆਂ ਨੇ। ਇਹ ਮਿਰਜ਼ਾ ਜੀ ਮੂਜਦੇ ਆਲਾ ਨੇ ਇਹਨਾਂ ਗਾਲਾਂ ਦੇ। ਮੇਰੀ ਗੱਲ ਖਤਮ ਹੋਈ ਹੈ ਜਨਾਬ, ਤੇ ਵੈਸੇ ਵੀ ਗੱਲ ਹੋਰ ਕੋਈ ਹੈ ਤੇ ਕੋਈ ਨਹੀਂ। ਹੁਣ ਖਿਚੜੀ ਪਕਾ ਲਓ ਫਿਰ ਮੁਫਤੀ ਸਾਹਿਬ, ਬਰੇਲਵੀਆਂ ਦੇ ਅਮੀਰੇ ਸ਼ਰੀਅਤ ਤੇ ਅਮੀਰੇ ਤਰੀਕਤ ਤੇ ਸੁਣ ਲਓ, ਇਹ ਜਿਹੜੀਆਂ ਗਾਲਾਂ, ਇਹ ਵੀ ਜਿਹੜੀ ਤੁਹਾਡੀ ਸਟੇਟਮੈਂਟ ਹੈ ਉਹ ਝੂਠ ਤੇ ਮਬਨੀ ਹੈ। ਔਰ ਤੁਸੀਂ ਜਾਣਦੇ ਹੋ ਅੱਛੀ ਤਰ੍ਹਾਂ ਕਿ ਲਾਨਤ ਅੱਲਾਹ ਅਲ ਕਾਜ਼ਿਬੀਨ, ਤੁਸੀਂ ਤਾਰੀਖੀ ਤੌਰ ਤੇ ਝੂਠ ਬੋਲ ਰਹੇ ਹੋ ਕਿ ਮਿਰਜ਼ਾ ਸਾਹਿਬ ਨੇ ਇਜਾਜ਼ਤ ਗਾਲਾਂ ਨਹੀਂ ਕਹੀ। ਇਹ ਤੁਸੀਂ ਝੂਠ ਬੋਲਿਆ, ਪਰ ਜਾਣਦੇ ਹੋ ਕਿ ਲਾਨਤ ਅੱਲਾਹ ਅਲ ਕਾਜ਼ਿਬੀਨ। ਤੁਸੀਂ नहीं देंगे कोई चाल भी शैतानी, क्यों यार शैतानी जितनी